ਵਾਹਿਗੁਰੂ ਸਾਹਿਬ ਜੀ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਅਨਿਓ। ਰਾਮ ਰਹੀਮ ਪੁਰਾਨ ਪੁਰਾਨ, ਅਨੇਕ ਕਹੈ ਮਤ ਏਕ ਨ ਮੰਨਿਓ। ਸਿਮਰਤ ਸ਼ਾਸਤਰ ਵੇਦ ਸਬੈ, ਬਹੁ ਭੇਦ ਕਹੈ ਹਮ ਏਕ ਨ ਜਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਦੀਨ ਦਰਦ ਦੁਖ ਭੰਜਨ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੈ ਸਰਬ ਟੰਡੋਲਾ। ਊਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸੁਕੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਚੌਥਾ। ਹਮ ਬਾਰਕ ਕਛੁ ਨਾ ਜਾਣੈ ਗਤ ਮਿਤ, ਤੇਰੇ ਮੂਰਖ ਮੁਗਧ ਆਨਾ। ਹਰ ਕਿਰਪਾ ਧਾਰ ਦੀਜੈ ਮਤ ਉਤਮ, ਕਰ ਲੀਜੈ ਮੁਗਧ ਸਿਆਣਾ। ਮੇਰੇ ਮਨ ਆਲਸੀਆ ਉਗਲਾਨਾ, ਹਰ ਹਰ ਆਨ ਮਿਲਾਇਓ ਗੁਰ ਸਾਧੂ। ਮਿਲ ਸਾਧੂ ਕਪਟ ਖੁਲਾਨਾ, ਹਮ ਬਾਰਕ ਕਛੁ ਨ ਜਾਣੈ ਗਤ ਮਿਤ, ਤੇਰੇ ਮੂਰਖ ਮੁਗਧ ਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਪਵਿੱਤਰ ਬਾਣੀ ਆਸਾ ਦੀ ਵਾਰ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਔਰ ਗੁਰੂ ਰਾਮਦਾਸ ਪਾਤਸ਼ਾਹ, ਇਹ ਤਿੰਨ ਸਤਿਗੁਰੂ ਐਸੇ ਨੇ ਜਿਨ੍ਹਾਂ ਨੇ ਇਹ ਬਾਣੀ ਆਸਾ ਦੀ ਵਾਰ ਸਾਡੀ ਝੋਲੀ ਵਿੱਚ ਪਾਈ ਹੈ।
ਐਸੀ ਗੁਰਬਾਣੀ ਦੇ ਆਪ ਸੰਗਤਾਂ ਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਲੜੀਵਾਰ ਜੋ ਕਥਾ ਹੈ ਆਪਾਂ ਇਸ ਨੂੰ ਹਰ ਰੋਜ਼ ਸਰਵਣ ਕਰਦੇ ਹਾਂ। ਜਿਵੇਂ ਮਹਾਰਾਜ ਕਿਰਪਾ ਕਰ ਰਹੇ ਨੇ, ਆਓ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜਿਹੜੇ ਹਨ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਐਸੇ ਗੁਰੂ ਰਾਮਦਾਸ ਮਹਾਰਾਜ ਦਾ ਇਹ ਸ਼ਬਦ ਹੈ। ਜੈਤਸਰੀ ਰਾਗ ਦੇ ਅੰਦਰ ਇਹ ਮਹਾਰਾਜ ਨੇ 11 ਸ਼ਬਦ ਜਿਹੜੇ ਨੇ ਉਹ ਪਹਿਲਾਂ ਬਖਸ਼ਿਸ਼ ਕੀਤੇ ਨੇ। ਜੈਤਸਰੀ ਰਾਗ ਜੋ ਹੈ ਨਾ, ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਸ਼ੁਰੂ ਕੀਤਾ ਹੈ ਅਤੇ ਪਹਿਲੇ ਜਿਹੜੇ 11 ਸ਼ਬਦ ਨੇ ਉਹ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਾਪਤ ਹੋਣਗੇ। ਉਹਦੇ ਵਿੱਚੋਂ 2 ਸ਼ਬਦ ਆਪਾਂ ਸਰਵਣ ਕਰ ਲੈ ਪਿਛਲੇ ਦੀਵਾਨਾਂ ਦੇ ਵਿੱਚ। ਅੱਜ ਮਹਾਰਾਜ ਸਾਹਿਬ ਜੀ ਆਪਾਂ ਨੂੰ ਇਹ ਤੀਜਾ ਸ਼ਬਦ ਜਿਹੜਾ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਣਗੇ। 11 ਸ਼ਬਦਾਂ ਵਿੱਚੋਂ ਇਹ ਅੱਜ ਤੀਜਾ ਸ਼ਬਦ ਆਪਾਂ ਨੂੰ 697 ਅੰਗ ਦੇ ਉੱਪਰ ਮਹਾਰਾਜ ਜੀ ਕਿਰਪਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਮਹਾਰਾਜ ਫਰਮਾਉਂਦੇ ਹਨ। ਹਮ ਬਾਰਕ ਕਛੁ ਨ ਜਾਣੈ ਗਤ ਮਿਤ ਤੇਰੇ ਮੂਰਖ ਮੁਗਧ ਆਨਾ। ਬਖਸ਼ਿਸ਼ ਕਰਦੇ ਕਹਿਣ ਲੱਗੇ ਹੈ ਪ੍ਰਮਾਤਮਾ, ਹਮ ਬਾਰਕ ਮੂਰਖ, ਅਸੀਂ ਮੂਰਖ ਬਾਲਕ ਹਾਂ। ਭਾਵ ਇਹ ਹੈ ਵੀ ਸਾਨੂੰ ਕੋਈ ਸੰਸਾਰ ਦੀ ਬਹੁਤੀ ਜਾਣਕਾਰੀ ਨਹੀਂ ਹੈ, ਸੋ ਅਸੀਂ ਆਪਣੇ ਆਪ ਨੂੰ ਮੂਰਖ ਸਮਝਦੇ ਹਾਂ। ਅਸੀਂ ਹਾਂ ਤੇਰੇ ਬਾਲਕ ਪਰ ਹਾਂ ਮੂਰਖ। ਮੂਰਖ ਤੋਂ ਅੱਗੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ ਮੁਗਧ। ਮੁਗਧ ਤੋਂ ਭਾਵ ਇਹ ਹੈ ਵੀ ਸਾਨੂੰ ਇਹ ਸੰਸਾਰਕ ਜਿਹੜੇ ਵਿਵਹਾਰ ਨੇ ਇਹ ਵੀ ਨਹੀਂ ਆਉਂਦੇ, ਅਤੇ ਇਹਨਾਂ ਤੋਂ ਭਾਵ ਜਿਹੜੇ ਪਰਮਾਰਥਕ ਵਿਵਹਾਰ ਨੇ ਉਹ ਵੀ ਨਹੀਂ ਆਉਂਦੇ, ਉਹਨਾਂ ਤੋਂ ਵੀ ਅਸੀਂ ਰਹਿਤ ਹੀ ਹਾਂ। ਸੰਸਾਰਕ ਵਿਵਹਾਰ ਇਹ ਨੇ ਵੀ ਕਿਸੇ ਨੂੰ ਕਿਵੇਂ ਮਾਣ ਸਨਮਾਨ ਦੇਣਾ, ਕਿਵੇਂ ਬਿਠਾਉਣਾ, ਕਿਸੇ ਨੂੰ ਜੀ ਆਇਆਂ ਕਹਿਣਾ। ਮਹਾਰਾਜ ਸਾਨੂੰ ਤਾਂ ਇਹ ਵੀ ਨਹੀਂ ਕੁਝ ਕਰਨਾ ਆਉਂਦਾ ਕਿ ਕਿਵੇਂ ਮਾਣ ਸਨਮਾਨ ਕਿਸੇ ਨੂੰ ਦਈਏ, ਔਰ ਨਾ ਹੀ ਸਾਨੂੰ ਪਰਮਾਰਥ ਅੰਮ੍ਰਿਤ ਵੇਲੇ ਕਿਵੇਂ ਉੱਠਣਾ, ਨਾਮ ਕਿਵੇਂ ਜਪਣਾ, ਭਲੇ ਦਾ ਕੰਮ ਕਿਵੇਂ ਕਰਨਾ, ਧਿਆਨ ਕਿਵੇਂ ਜੋੜਨਾ ਹੈ, ਬਾਣੀ ਕਿਵੇਂ ਪੜ੍ਹਨੀ ਹੈ। ਮਹਾਰਾਜ ਇਹ ਵੀ ਨਹੀਂ ਸਾਨੂੰ ਆਉਂਦਾ ਕੁਝ। ਅਸੀਂ ਇਹੋ ਜਿਹੇ ਬਾਲਕ, ਬੱਚਾ ਹੁੰਦਾ ਨਾ ਛੋਟਾ, ਅਤੇ ਗੁਰਮੁਖੋ ਛੋਟੇ ਜਿਹੇ ਬੱਚੇ ਨੂੰ ਬੈਠਣਾ ਵੀ ਨਹੀਂ ਆਉਂਦਾ, ਬੈਠਣਾ ਕਿਵੇਂ। ਛੋਟੇ ਬੱਚੇ ਨੂੰ ਖਾਣਾ ਵੀ ਨਹੀਂ ਆਉਂਦਾ ਵੀ ਖਾਣਾ ਕਿਵੇਂ। ਬੋਲਣਾ ਤੇ ਦੂਰ ਦੀ ਗੱਲ ਹੈ। ਮਾਂ ਬਾਪ ਭੈਣਾਂ ਭਰਾ ਕੀ ਕਰਦੇ, ਉਸ ਨੂੰ ਚੁੱਕ ਕੇ ਬਿਠਾ ਦਿੰਦੇ, ਉਹਦੀਆਂ ਲੱਤਾਂ ਮੋੜ ਕੇ ਉਹਦੀ ਚੌਂਕੜੀ ਮਰਵਾ ਦਿੰਦੇ। ਉਹ ਬੱਚਾ ਫਿਰ ਦੂਜਿਆਂ ਵੱਲ ਵੇਖਦਾ ਹੈ ਕਿਵੇਂ ਬੈਠੇ ਨੇ, ਜਿਵੇਂ ਉਹ ਬੈਠੇ ਉਵੇਂ ਉਸ ਤਰ੍ਹਾਂ ਉਹ ਬੈਠ ਜਾਂਦਾ। ਫਿਰ ਨਿੱਕੀਆਂ ਨਿੱਕੀਆਂ ਬੁਰਕੀਆਂ ਉਹਦੇ ਮੂੰਹ ਵਿੱਚ ਪਾਈਆਂ ਜਾਂਦੀਆਂ। ਦੂਜਿਆਂ ਦੇ ਵੱਲ ਉਹ ਵੇਖਦਾ ਪਿਆ ਵੀ ਇਹ ਕੀ ਕਰਦੇ ਪਿਆ, ਦੂਜੇ ਖਾਂਦੇ ਪਿਆ, ਮੂੰਹ ਹਿਲਦਾ ਪਿਆ, ਦੂਜਿਆਂ ਵੱਲ ਵੇਖ ਕੇ ਉਹ ਵੀ ਆਪਣਾ ਮੂੰਹ ਹਿਲਾਉਣ ਲੱਗ ਪੈਂਦਾ। ਮਹਾਰਾਜ ਮੈਂ ਉਸ ਨਿੱਕੇ ਜਿਹੇ ਬਾਲਕ ਵਰਗਾ ਹੀ ਹਾਂ। ਨਾ ਬਾਲਕ ਬੱਚੇ ਨੂੰ ਬੈਠਣਾ ਆਉਂਦਾ, ਨਾ ਉਹਨੂੰ ਖਾਣਾ ਆਉਂਦਾ, ਬੋਲਣਾ ਪਹਿਨਣਾ ਤੇ ਦੂਰ ਦੀ ਗੱਲ ਹੈ। ਮਹਾਰਾਜ ਬਿਲਕੁਲ ਉਸੇ ਤਰ੍ਹਾਂ ਦਾ ਹੀ ਮੈਂ ਹਾਂ। ਮੈਨੂੰ ਨਹੀਂ ਪਤਾ ਵੀ ਸੰਸਾਰਕ ਵਿਵਹਾਰ ਕੀ ਹੁੰਦੇ ਨੇ, ਦੁਨੀਆ ਵਿੱਚ ਕਿਵੇਂ ਵਿਚਰੀਦਾ, ਕਿਵੇਂ ਕਿਸੇ ਨੂੰ ਮਾਣ ਦਈਦਾ, ਕਿਵੇਂ ਸਨਮਾਨ ਦਈਦਾ, ਕਿਵੇਂ ਕਿਸੇ ਨੂੰ ਜੀ ਆਇਆਂ ਕਹੀਦਾ, ਕਿਵੇਂ ਕਿਸੇ ਨੂੰ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰੀਦੀ ਹੈ, ਕਿਵੇਂ ਕਿਸੇ ਦੀਆਂ ਦੁਆਵਾਂ ਲਈਦੀਆਂ। ਮਹਾਰਾਜ ਮੈਨੂੰ ਇਹ ਕੁਝ ਨਹੀਂ ਆਉਂਦਾ, ਮੈਂ ਇਸ ਪਾਸਿਓਂ ਬੜਾ ਨਲਾਇਕ ਹਾਂ। ਅਤੇ ਇਹਨਾਂ ਤੋਂ ਭਾਵ ਪਰਮਾਰਥ, ਨਾਮ ਕਿਵੇਂ ਜਪਣਾ, ਧਿਆਨ ਕਿਵੇਂ ਜੋੜਨਾ, ਸਿਮਰਨ ਕਿਵੇਂ ਕਰਨਾ ਹੈ, ਇਹ ਜਿਹੜੀ ਅਵਸਥਾ ਹੈ ਮਹਾਰਾਜ ਇਹਦੇ ਵੱਲੋਂ ਵੀ ਮੈਂ ਜੀਰੋ ਹੀ ਹਾਂ। ਮੈਨੂੰ ਉਹ ਵੀ ਨਹੀਂ ਕੋਈ ਪਤਾ ਬਹੁਤਾ ਵੀ ਨਾਮ ਕਿਵੇਂ ਜਪੀਦਾ। ਇਸ ਕਰਕੇ ਹਮ ਬਾਰਕ ਮੂਰਖ, ਅਸੀਂ ਮੂਰਖ ਬੱਚਿਆਂ ਵਿੱਚ ਮਹਾਰਾਜ ਆਉਂਦੇ ਹਾਂ। ਬੱਚੇ ਤੇ ਹਾਂ ਪਰ ਮੂਰਖ ਬੱਚੇ ਹਾਂ।
ਕਿਉਂਕਿ ਸਾਨੂੰ ਨਾ ਵਿਵਹਾਰਕ ਕੰਮ ਆਉਂਦਾ, ਨਾ ਸੰਸਾਰਕ ਕੋਈ ਕੰਮ ਆਉਂਦਾ। ਤੇ ਕਛੂ ਨਾ ਜਾਣੈ ਗਤ ਮਿਤ, ਗਤ ਜਿਹੜੀ ਤੇਰੀ ਪ੍ਰਾਪਤੀ ਹੈ ਨਾ, ਉਹਦੀ ਮਿਤ ਅਸੀਂ ਮਰਿਆਦਾ ਨਹੀਂ ਜੇ ਕੋਈ ਵੀ ਜਾਣਦੇ। ਪਰਮਾਤਮਾ ਦੀ ਪ੍ਰਾਪਤੀ ਵੀ ਦੀ ਇੱਕ ਮਰਿਆਦਾ ਹੈ ਨਾ, ਇੱਕ ਸੀਮਾ ਹੈ, ਉਹਦੇ ਮੁਤਾਬਕ ਉਹ ਪ੍ਰਾਪਤ ਹੁੰਦਾ। ਮਹਾਰਾਜ ਨਹੀਂ, ਮੈਨੂੰ ਤੇ ਕੋਈ ਮਰਿਆਦਾ ਦਾ ਪਤਾ ਹੀ ਨਹੀਂ ਹੈ, ਉਹ ਕਿਵੇਂ ਪ੍ਰਾਪਤ ਹੋਵੇਗਾ, ਕਿਸ ਤਰ੍ਹਾਂ ਮਿਲਦਾ ਹੈ, ਮੈਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ। ਮੈਂ ਤਾਂ ਕੇਵਲ ਆਪ ਜੀ ਦੀ ਸ਼ਰਨ ਗ੍ਰਹਿਣ ਕਰਨੀ ਜਾਂਦਾ। ਗਜ ਕੋ ਤਰਾਸ ਮਿਟਿਓ ਖਿਨ ਭੀਤਰ, ਗਨਕਾ ਹੂੰ ਗਤ ਪਾਈ। ਗੁਰਮੁਖੋ ਇਹ ਬਚਨ ਬਿਲਕੁਲ ਸੱਚ ਨੇ। ਉਹਨੇ ਇੱਕ ਹਾਥੀ ਦਾ ਉਦਾਹਰਨ ਦਿੱਤੀ ਹੈ। ਹਾਥੀ ਪਾਣੀ ਵਿੱਚ ਰੁੜਦਾ ਪਿਆ। ਹੁਣ ਵਿਚਾਰੇ ਹਾਥੀ ਨੂੰ ਨਹੀਂ ਪਤਾ ਸੰਸਾਰਕ ਕੰਮ ਕੀ ਹੁੰਦੇ ਨੇ। ਹਾਥੀ ਤੇ ਇੱਕ ਜਾਨਵਰ ਹੈ, ਇੱਕ ਪਸ਼ੂ ਹੈ। ਹਾਥੀ ਨੂੰ ਨਹੀਂ ਪਤਾ ਵੀ ਨਾਮ ਕਿਵੇਂ ਜਪੀਦਾ, ਸਿਮਰਨ ਕਿਵੇਂ ਕਰੀਦਾ, ਧਿਆਨ ਕਿਵੇਂ ਜੋੜੀਦਾ। ਜਾਨਵਰ ਹੈ, ਪਰ ਪਰਮਾਤਮਾ ਜਦੋਂ ਤੂੰ ਕਿਰਪਾ ਕਰਨ 'ਤੇ ਆ ਜਾਵੇਂ, ਉਦੋਂ ਹਾਥੀ ਵਰਗੇ ਜਾਨਵਰ ਦਾ ਵੀ ਭਲਾ ਕਰ ਦਿੰਦਾ ਹੈ। ਜੋ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਖੇਤੇ ਗੁਣੋ ਅਸੰਖ ਅਵਗੁਣ ਮੇਰਿਆ। ਤੇ ਮਹਾਰਾਜ ਕਹਿਣ ਲੱਗੇ, ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਬਹਾ ਸਿਵ ਜੋ ਕਰੀ। ਫੁਨ ਵੇਦ ਬਰੰਚ ਵਿਚਾਰ ਰਹਿਓ, ਹਰ ਜਪ ਨ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਤਾਂ ਲਿਖੇ ਵੀ ਤੁਸੀਂ ਐਸੀ ਕਿਰਪਾ ਕਰਦੇ ਹੋ, ਹਾਥੀ ਨੂੰ ਆਪਣੀ ਸ਼ਰਨ ਦੇ ਕੇ ਤੇ ਬਚਾ ਲੈਂਦੇ ਹੋ। ਤੇ ਮਹਾਰਾਜ ਦੇ ਅੱਗੇ ਤਰਲਾ ਕਰ ਵੀ ਮਹਾਰਾਜ ਉਸ ਹਾਥੀ ਵਰਗਾ ਹੀ ਬਿਲਕੁਲ ਮੈਂ ਹਾਂ। ਮੈਨੂੰ ਵੀ ਸੰਸਾਰ ਵਿੱਚ ਕੋਈ ਬਹਿਣਾ ਉੱਠਣਾ, ਕੋਈ ਗੱਲਬਾਤ ਕਰਨੀ ਬਿਲਕੁਲ ਨਹੀਂ ਆਉਂਦੀ ਹੈ। ਮੈਨੂੰ ਵੀ ਨਾਮ ਜਪਣਾ ਜਾਂ ਧਿਆਨ ਜੋੜਨਾ ਨਹੀਂ ਆਉਂਦਾ, ਪਰ ਮੇਰੇ 'ਤੇ ਕਿਰਪਾ ਕਰ। ਜਿਵੇਂ ਉਸ ਹਾਥੀ ਨੂੰ ਆਪ ਜੀ ਨੇ ਬਚਾਇਆ ਹੈ ਨਾ, ਬਿਲਕੁਲ ਮੈਨੂੰ ਵੀ ਉਸੇ ਤਰ੍ਹਾਂ ਬਚਾ ਦਿਓ। ਹਮ ਬਾਰੇ ਕਛੂ ਨ ਜਾਣੈ ਗਤ ਮਿਤ, ਤੇਰੇ ਮੂਰਖ ਮੁਗਧ ਇਆਨਾ। ਮਹਾਰਾਜ ਅਸੀਂ ਬਾਰਕ ਆ, ਮੂਰਖ ਅਸੀਂ ਆ, ਮੁਗਧ ਪਰਮਾਰਥ ਦੀ ਖਬਰ ਕੋਈ ਨਹੀਂ, ਇਆਨਾ ਸੰਸਾਰ ਦੀ ਖਬਰ ਕੋਈ ਨਹੀਂ ਹੈ। ਅਸੀਂ ਤੇਰੀ ਪ੍ਰਾਪਤੀ ਦੀ ਕੋਈ ਮਰਿਆਦਾ ਜਾਣਦੇ ਨਹੀਂ ਹਾਂ। ਹਰ ਕਿਰਪਾ ਧਾਰ ਦੀਜੈ ਮਤ ਉਤਮ। ਸਤਿਗੁਰੂ ਜੇ ਤੁਸੀਂ ਕਿਰਪਾ ਕਰੋ ਤੇ ਕਿਰਪਾ ਧਾਰਨ ਕਰਕੇ ਉੱਤਮ ਸ੍ਰੇਸ਼ਟ ਮਤ ਆਪ ਜੀ ਦੇ ਸਕਦੇ ਹੋ। ਜੇ ਤੁਸੀਂ ਕਿਰਪਾ ਕਰੋ ਨਾ, ਰਹਿਮ ਕਰਦੇ ਹੋ, ਤੇ ਫਿਰ ਤੁਸੀਂ ਸ੍ਰੇਸ਼ਟ ਮਤ, ਸਿਆਣੀ ਮਤ ਦੇ ਸਕਦੇ ਹੋ। ਕਰ ਲੀਜੈ ਮੁਗਧ ਸਿਆਣਾ। ਮੈਂ ਤੇ ਬਹੁਤ ਵੱਡਾ ਮੁਗਧ ਕਹੀਏ ਮੂਰਖ ਹਾਂ, ਪਰ ਮੈਨੂੰ ਮੂਰਖ ਨੂੰ ਆਪ ਜੀ ਮਤ ਦੇ ਕੇ ਤੇ ਸਿਆਣਾ ਕਰ ਲਓ। ਤੇ ਗੁਰਮੁਖੋ ਸਾਡੇ ਨੇੜੇ ਹੀ ਹੈ ਨਾ ਧਰਤੀ ਪੰਜੋਖਰਾ ਸਾਹਿਬ ਦੀ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕੀਰਤਪੁਰ ਸਾਹਿਬ ਤੋਂ ਚੱਲੇ। ਬਾਦਸ਼ਾਹ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਰਾਜਾ ਜੈ ਸਿੰਘ ਸਵਾਈ ਦੇ ਹੱਥ ਕਿ ਮਹਾਰਾਜ ਨੂੰ ਮੈਨੂੰ ਆ ਕੇ ਮਿਲਣ, ਮੈਨੂੰ ਆ ਕੇ ਦਰਸ਼ਨ ਦੇਣ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਚੱਲੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ, ਗੁਰਮੁਖੋ ਮਗਰ ਮਗਰ ਸੰਗਤਾਂ ਚੱਲ ਪਈਆਂ। ਅੱਗੇ ਅੱਗੇ ਸਤਿਗੁਰੂ, ਹੁਣ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਨਾ ਮਹਾਰਾਜ ਦਿੱਲੀ ਤੁਰੇ ਜਾਂਦੇ, ਸੰਗਤ ਕੀਰਤਪੁਰ ਸਾਹਿਬ ਦਾ ਰਸਤਾ ਛੱਡ ਕੇ ਤੇ ਨਾ ਦਿੱਲੀ ਵਾਲੇ ਰਸਤੇ 'ਤੇ ਸੰਗਤਾਂ ਚੱਲ ਪਈਆਂ। ਚਲਦਿਆਂ ਚਲਦਿਆਂ ਤੇ ਮਹਾਰਾਜ ਪੰਜੋਖਰਾ ਸਾਹਿਬ ਪਹੁੰਚ ਗਏ, ਆਪਣੇ ਨੇੜੇ ਹੀ ਹੈ ਸਥਾਨ। ਸਤਿਗੁਰੂ ਕੁਝ ਸਮਾਂ ਇੱਥੇ ਦੀਵਾਨ ਲਾਇਆ, ਵਿਸ਼ਰਾਮ ਕੀਤਾ। ਬੇਅੰਤ ਸੰਗਤਾਂ ਦੇ ਜਥੇ ਤੁਰੇ ਆਉਂਦੇ। ਕੁਝ ਸੰਗਤਾਂ ਇਹ ਗੱਲ ਕਹਿੰਦੀਆਂ, ਮਹਾਰਾਜ ਸਾਨੂੰ ਨਾਲ ਲੈ ਚੱਲੋ। ਕੋਈ ਆਖਦਾ ਮੈਂ ਮਹਾਰਾਜ ਤੁਹਾਡੀ ਸੇਵਾ ਕਰਨੀ ਚਾਹੁੰਦਾ। ਇਤਿਹਾਸ ਦੇ ਵਿੱਚ ਬਚਨ ਆਉਂਦਾ ਵੀ ਮਹਾਰਾਜ ਨੇ ਉੱਥੇ ਕਹਿ ਕੇ ਇੱਕ ਥੜਾ ਬਣਵਾਇਆ। ਥੜਾ ਬਣਾ ਕੇ ਬਚਨ ਕੀਤਾ ਵੀ ਜਿਹੜੀ ਸੰਗਤ ਪਿੱਛੋਂ ਆ ਰਹੀ ਹੈ, ਉਹ ਸਾਰੀ ਸੰਗਤ ਇਸ ਥੜੇ 'ਤੇ ਮੱਥਾ ਟੇਕ ਕੇ ਤੇ ਇੱਥੋਂ ਹੀ ਵਾਪਸ ਮੁੜ ਜਾਵੇ। ਜਿਹੜਾ ਇੱਥੇ ਮੱਥਾ ਟੇਕ ਕੇ ਵਾਪਸ ਮੁੜੇਗਾ, ਉਸ ਨੂੰ ਸਾਡੇ ਦਰਸ਼ਨਾਂ ਦਾ ਫਲ ਮਿਲ ਜਾਏਗਾ। ਇਸ ਤੋਂ ਅੱਗੇ ਸੰਗਤ ਸਾਡੇ ਕੋਲ ਜਾਂ ਸਾਡੇ ਨਾਲ ਨਾ ਆਵੇ। ਇਹ ਇਤਿਹਾਸ ਦਾ ਬਚਨ ਹੈ ਵੀ ਸਤਿਗੁਰਾਂ ਨੇ ਸੰਗਤ ਵੱਲੋਂ ਆ ਰਹੀ ਮਾਇਆ ਜਿਹੜੀ ਸੀ, ਉਸ ਨੂੰ ਆਖਿਆ ਵੀ ਇੱਥੇ ਢੇਰੀ ਲਾ ਦਿਓ ਥੜੇ ਦੇ ਉੱਪਰ, ਇੱਥੋਂ ਹੀ ਨਮਸਕਾਰ ਕਰਕੇ ਮੁੜਦੇ ਜਾਓ। ਸਾਡੇ ਮਗਰ ਨਾ ਕੋਈ ਆਵੇ, ਅੱਗੇ ਅਸੀਂ ਕਈ ਕਾਰਜ ਕਰਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਬੈਠੇ ਹੋਏ।
ਗੁਰਮੁਖੋ ਇੱਥੇ ਇੱਕ ਲਾਲ ਚੰਦ ਨਾਮ ਦਾ ਇੱਕ ਬਹੁਤ ਵੱਡਾ ਵਿਦਵਾਨ ਪੰਡਤ ਗ੍ਰੰਥ ਪੜ੍ਹਿਆ ਹੋਇਆ ਉਹ ਰਹਿੰਦਾ ਹੈ। ਲੰਘਦਾ ਜਦੋਂ ਇੱਥੋਂ ਨੇੜੋਂ ਲੰਘਿਆ ਤੇ ਉਸਨੇ ਵੇਖਿਆ ਵੀ ਮਹਾਰਾਜ ਦੇ ਨਾਲ ਤੇ ਬੜੇ ਘੋੜੇ ਨੇ, ਰੱਥ ਨੇ, ਪਾਲਕੀਆਂ ਨੇ, ਬੜੇ ਸਿੱਖ ਨੇ, ਨਾਲ ਕੁਝ ਪਰਿਵਾਰ ਵੀ ਨੇ। ਤੇ ਉਸਨੇ ਕਿਸੇ ਸਿੱਖ ਨੂੰ ਪੁੱਛਿਆ, ਕਹਿਣ ਲੱਗਾ ਵੀ ਇਹ ਕਿਹੜੇ ਰਾਜੇ ਦੀ ਪਾਲਕੀ ਉਤਰੀ ਹੈ, ਸਵਾਰੀ ਉਤਰੀ ਹੈ। ਤੇ ਸਿੱਖ ਨੇ ਆਖਿਆ ਵੀ ਨਹੀਂ, ਇਹ ਕਿਸੇ ਰਿਆਸਤ ਦੇ ਰਾਜੇ ਨਹੀਂ, ਇਹ ਤੇ ਦੀਨ ਦੁਨੀਆ ਦੇ ਮਾਲਕ ਨੇ। ਨਾਮ ਕੀ ਹੈ? ਨਾਮ ਹੈ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ। ਜਦੋਂ ਇਹ ਨਾਮ ਸੁਣਿਆ ਤੇ ਪੰਡਤ ਦੇ ਮਨ ਵਿੱਚ ਥੋੜ੍ਹੀ ਖੁੰਨਸ ਹੋਈ, ਥੋੜ੍ਹੀ ਈਰਖਾ ਹੋਈ। ਦੁਆਪਰ ਯੁੱਗ ਦੇ ਵਿੱਚ ਭਗਵਾਨ ਜੀ ਹੋਏ ਨੇ, ਨਾਮ ਹੈ ਕ੍ਰਿਸ਼ਨ। ਇਹ ਕਲਯੁੱਗ ਦੇ ਵਿੱਚ ਆਪਣਾ ਨਾਮ ਹਰਿਕ੍ਰਿਸ਼ਨ, ਇਹਨਾਂ ਨੇ ਨਾਲ ਕ੍ਰਿਸ਼ਨ ਦੇ ਹਰ ਲਾ ਲਿਆ, ਇਹ ਤੇ ਨਾਮ ਉਸ ਤੋਂ ਵੀ ਵੱਡਾ ਬਣਾ ਲਿਆ। ਤੇ ਮਨ ਵਿੱਚ ਸੋਚਦਾ ਹੈ, ਕ੍ਰਿਸ਼ਨ ਜੀਆਂ ਨੇ ਮੱਧ ਭਾਗਵਤ ਗੀਤਾ ਉਚਾਰੀ ਹੈ, ਉਪਦੇਸ਼ ਦਿੱਤਾ ਅਰਜੁਨ ਦੀ। ਇਹ ਨਾ ਉਹਨਾਂ ਤੋਂ ਵੱਡਾ ਲਿਖਵਾਈ ਫਿਰਦੇ, ਹੋ ਸਕਦਾ ਗੀਤਾ ਦੇ ਦਰਸ਼ਨ ਹੀ ਨਾ ਕੀਤੇ ਹੋਣ। ਇਹ ਗੱਲ ਵਿਚਾਰ ਕੇ ਉਸ ਵੇਲੇ ਇਸ ਨੇ ਫਿਰ ਸ਼ੰਕਾ ਜ਼ਾਹਰ ਕੀਤਾ ਵੀ ਮੈਨੂੰ ਇਹਨਾਂ ਦੇ ਨਾਮ ਦੇ ਉੱਪਰ ਸ਼ੱਕ ਹੈ ਵੀ ਨਾਮ ਵੱਡਾ ਰਖਵਾਇਆ ਹੈ ਨਹੀਂ ਇਹਨੇ ਜੋ। ਸਤਿਗੁਰਾਂ ਨੇ ਕੋਲ ਬੁਲਾਇਆ, ਕਹਿਣ ਲੱਗਾ ਮਹਾਰਾਜ ਤੁਸੀਂ ਬੜਾ ਵੱਡਾ ਨਾਮ ਰਖਵਾ ਲਿਆ ਹਰਿਕ੍ਰਿਸ਼ਨ, ਤੇ ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਤੁਸੀਂ ਤੇ ਉਹਨਾਂ ਤੋਂ ਵੱਡਾ ਵੀ ਨਾਮ ਰਖਵਾਈ ਫਿਰਦੇ ਹੋ। ਕੀ ਤੁਹਾਨੂੰ ਉਹਨਾਂ ਦੀ ਉਚਾਰਨ ਕੀਤੀ ਹੋਈ ਗੀਤਾ, ਮੱਧ ਭਾਗਵਤ ਗੀਤਾ, ਉਹਦੇ ਅਰਥ ਕਰਨੇ ਆਉਂਦੇ ਨੇ? ਤੇ ਸਤਿਗੁਰੂ ਪਾਤਸ਼ਾਹ ਜਾਣ ਗਿਆ ਵੀ ਜੇ ਅਸੀਂ ਅਰਥ ਕਰ ਦਿੱਤੇ ਨਾ ਤੇ ਇਹਨੇ ਸੋਚਣਾ ਵੀ ਮਹਾਰਾਜ ਦਾ ਘਰਾਣਾ ਬੜਾ ਵੱਡਾ ਹੈ, ਇਹ ਖਾਨਦਾਨ ਬੜਾ ਵੱਡਾ ਹੈ, ਇਹਨਾਂ ਕੋਲ ਮਾਇਆ ਬੜੀ ਹੈ। ਹੋ ਸਕਦਾ ਛੋਟੇ ਹੁੰਦਿਆਂ ਕੋਈ ਇਹਨਾਂ ਨੇ ਮਾਸਟਰ ਰੱਖ ਲਿਆ ਹੋਵੇ, ਕੋਈ ਪੰਡਤ ਰੱਖ ਲਿਆ ਹੋਵੇ ਤੇ ਉਹਦੇ ਕੋਲੋਂ ਗੀਤਾ ਹੋ ਸਕਦਾ ਪੜ੍ਹ ਲਈ ਹੋਵੇ। ਇਹਦਾ ਸ਼ੰਕਾ ਪੂਰਾ ਦੂਰ ਨਹੀਂ ਹੋਣਾ। ਪੂਰਾ ਸ਼ੰਕਾ ਦੂਰ ਕਰਨ ਵਾਸਤੇ ਮਹਾਰਾਜ ਕਹਿਣ ਲੱਗੇ ਜਾ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਵਿਅਕਤੀ ਲਿਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਉਹੀ ਤੇਰੀ ਮੱਧ ਭਾਗਵਤ ਗੀਤਾ ਦੇ ਅਰਥ ਕਰ ਦੇਵੇਗਾ। ਜਦੋਂ ਇਹ ਬਚਨ ਸੁਣਿਆ ਤਾਂ ਉੱਠ ਕੇ ਬਾਹਰ ਨੂੰ ਚੱਲ ਪਿਆ। ਮਨ ਵਿੱਚ ਸੋਚਦਾ ਹੈ ਮੈਂ ਕੋਈ ਇਹੋ ਜਿਹਾ ਵਿਅਕਤੀ ਲੱਭ ਕੇ ਲਿਆਵਾਂ ਜਿਹੜਾ ਇਹ ਕੰਮ ਕਰ ਹੀ ਨਾ ਸਕੇ। ਤੇ ਪਿੰਡਾਂ ਘਰਾਂ ਵਿੱਚ ਇੱਕ ਪਾਣੀ ਭਰਦਾ ਝਿਊਰ ਜਾਤੀ ਦਾ ਇੱਕ ਵਿਅਕਤੀ ਹੈ, ਜਾਤੀ ਝਿਊਰ ਹੈ, ਤੇ ਘਰਾਂ ਵਿੱਚ ਭਰਦਾ ਪਾਣੀ। ਉਸ ਨੂੰ ਇਸ ਨੇ ਆਵਾਜ਼ ਮਾਰ ਕੇ ਨਾਲ ਲੈ ਲਿਆ। ਇਤਿਹਾਸ ਕਹਿੰਦਾ ਵੀ ਉਹ ਗੂੰਗਾ ਵੀ ਹੈ ਤੇ ਉਹ ਬੋਲਾ ਵੀ ਹੈ, ਗੂੰਗਾ ਤੇ ਬੋਲਾ ਹੈ। ਐਸੇ ਵਿਅਕਤੀ ਨੂੰ ਨਾਲ ਲੈ ਲਿਆ, ਸਤਿਗੁਰਾਂ ਦੇ ਕੋਲ ਆ ਗਿਆ। ਮਹਾਰਾਜ ਮੈਂ ਤਾਂ ਜਾਣਾ ਜੇ ਇਸ ਛੱਜੂ ਦੇ ਕੋਲੋਂ ਅਰਥ ਕਰਵਾਓ। ਮਨ ਵਿੱਚ ਸੋਚਦਾ ਵੀ ਦਿਸਣਾ ਬੋਲਣਾ ਉਹਨੇ ਹੈ ਨਹੀਂ, ਸੁਣਨਾ ਉਹਨੂੰ ਹੈ ਨਹੀਂ। ਸਤਿਗੁਰਾਂ ਨੇ ਗੱਲ ਤੇ ਵੱਡੀ ਕਹਿ ਦਿੱਤੀ ਹੈ, ਇਹ ਕਿੱਥੋਂ ਕੁਝ ਹੋ ਸਕੇਗਾ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਉਸ ਵੇਲੇ ਕਹਿਣ ਲੱਗੇ ਜਿਸ ਚਲੇ ਦੇ ਵਿੱਚ ਜਿਸ ਥਾਂ 'ਤੇ ਅਸੀਂ ਇਸ਼ਨਾਨ ਕਰਦੇ ਹਾਂ ਉਸੇ ਜਲ ਦੇ ਨਾਲ ਇਹਦਾ ਇਸ਼ਨਾਨ ਕਰਵਾ ਕੇ ਇਹਨੂੰ ਸੋਹਣੇ ਵਸਤਰ ਪਵਾ ਕੇ ਦਰਬਾਰ ਵਿੱਚ ਲੈ ਕੇ ਆਓ। ਇਸੇ ਤਰ੍ਹਾਂ ਕੀਤਾ ਸਿੱਖਾਂ ਨੇ। ਉਸ ਝਿਊਰ ਦਾ ਛੱਜੂ ਦਾ ਇਸ਼ਨਾਨ ਕਰਵਾਇਆ, ਸੋਹਣੇ ਵਸਤਰ ਪਵਾਏ, ਤਿਆਰ ਕਰਕੇ ਜਿੱਥੇ ਮਹਾਰਾਜ ਦਰਬਾਰ ਵਿੱਚ ਬੈਠੇ ਉੱਥੇ ਲਿਆ ਕੇ ਬਿਠਾ ਦਿੱਤਾ। ਸਤਿਗੁਰਾਂ ਨੇ ਹੱਥ ਵਿੱਚ ਇੱਕ ਸੋਟੀ ਫੜੀ ਹੋਈ ਹੈ। ਸੋਟੀ ਜੀ ਇੱਕ ਛੋਟੀ ਮਹਾਰਾਜ ਹੱਥ ਵਿੱਚ ਫੜਦੇ ਸਨ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਈ ਵਾਰੀ ਬਾਲਕਾਂ ਵਾਲੀਆਂ ਵੀ ਲੀਲਾ ਮਹਾਰਾਜ ਕਰਦੇ, ਕੌਤਕ ਕਰਦੇ, ਤਾਂ ਹੀ ਉਹਨਾਂ ਨੂੰ ਬਾਲਾ ਪ੍ਰੀਤਮ ਆਖਿਆ ਜਾਂਦਾ। ਸੋਟੀ ਹੱਥ ਵਿੱਚ ਫੜੀ ਹੈ ਮਹਾਰਾਜ ਜੀਆਂ ਨੇ। ਪੰਡਤ ਲਾਲ ਚੰਦ ਨੂੰ ਆਖਿਆ, ਕਹਿਣ ਲੱਗੇ ਪੜ੍ਹੋ ਗੀਤਾ, ਕਿੱਥੋਂ ਅਰਥ ਕਰਵਾਉਣੇ ਨੇ ਇਹ ਕਰੇਗਾ। ਤੇ ਪੰਡਤ ਨੇ ਜਿਹੜੇ ਸਭ ਤੋਂ ਮਹਿੰਗੇ ਸ਼ਲੋਕ ਸਨ ਨਾ, ਔਖੇ ਸ਼ਲੋਕ ਜਿਹੜੇ ਪੜ੍ਹਨੇ ਵੀ ਔਖੇ ਹੋਣ, ਅਰਥ ਕਰਨੇ ਤੇ ਬੜੀ ਦੂਰ ਦੀ ਗੱਲ ਹੈ, ਉਹਨਾਂ ਸ਼ਲੋਕਾਂ ਨੂੰ ਪੜ੍ਹਨ ਲੱਗਾ। ਸ਼ਲੋਕ ਪੜ੍ਹਦਾ ਪਿਆ, ਇੱਧਰੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਕਰ ਕਮਲਾਂ ਦੀ ਜਿਹੜੀ ਪਵਿੱਤਰ ਸੋਟੀ ਹੱਥ ਵਿੱਚ ਫੜੀ ਸੀ ਉਹ ਛੱਜੂ ਝਿਊਰ ਦੇ ਸਿਰ ਦੇ ਉੱਪਰ ਰੱਖ ਦਿੱਤੀ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗੁਰੂ ਕਿਰਪਾ ਕਰੇ ਤੇ ਗਿਆਨ ਕਿਵੇਂ ਨਾ ਹੋਵੇ। ਪੰਡਤ ਹਾਲੇ ਪੰਕਤੀ ਪੜ੍ਹ ਕੇ ਹਟਿਆ ਨਹੀਂ,
ਬੜਾ ਸਾਫ ਸੁਥਰਾ ਤੇ ਵਧੀਆ ਡੂੰਘਾ ਅਰਥ ਕਰਕੇ ਛੱਜੂ ਨੇ ਸੁਣਾ ਦਿੱਤਾ। ਸਾਰੇ ਦਰਬਾਰ ਵਿੱਚ ਜਿੰਨੇ ਬੈਠੇ ਨੇ ਮੂੰਹ ਵਿੱਚ ਉਂਗਲਾਂ ਪੈ ਗਈਆਂ। ਸਾਰੇ ਹੈਰਾਨ ਹੋ ਗਿਆ ਵੀ ਇਹ ਤੇ ਬੋਲਾ ਹੈ, ਇਹ ਤੇ ਗੂੰਗਾ ਹੈ। ਕਿਉਂਕਿ ਇਲਾਕੇ ਦੇ ਵੀ ਲੋਕ ਬੈਠੇ ਨਾ ਦਰਬਾਰ ਦੇ ਵਿੱਚ, ਆ ਕੇ ਰੌਲਾ ਪੈ ਗਿਆ ਨਾ ਪੂਰੇ ਇਲਾਕੇ ਦੇ ਵਿੱਚ, ਪੂਰੇ ਪਿੰਡ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਵਿਅਕਤੀ ਲਿਆਂਦਾ ਜਿਹੜਾ ਬੋਲ ਸੁਣ ਨਹੀਂ ਸਕਦਾ। ਸਾਰੇ ਜਾਣੇ ਤਮਾਸ਼ਾ ਵੇਖਣ ਵਾਸਤੇ, ਕੌਤਕ ਵੇਖਣ ਵਾਸਤੇ ਇਕੱਠੇ ਹੋ ਗਿਆ ਵੀ ਵੇਖੀਏ ਭਲਾ ਕੀ ਹੁੰਦਾ। ਜਦੋਂ ਅਰਥ ਕੀਤਾ ਨਾ ਬੜਾ ਸੋਹਣਾ ਸਾਫ਼ ਅਰਥ ਕੀਤਾ, ਬੜਾ ਡੂੰਘਾ ਅਰਥ ਕੀਤਾ, ਅਤੇ ਛੱਜੂ ਦਾ ਇਹ ਅਰਥ ਸੁਣ ਕੇ ਉਹ ਪੰਡਤ ਹੈਰਾਨ ਹੋ ਗਿਆ। ਜਿੰਨੇ ਦਰਬਾਰ ਵਿੱਚ ਬੈਠੇ ਉਹ ਵੀ ਹੈਰਾਨ ਹੋ ਗਿਆ ਵੀ ਇਹ ਤੇ ਸਾਰੀ ਉਮਰ ਪਾਣੀ ਭਰਦਾ ਰਿਹਾ। ਗ੍ਰੰਥ ਦਾ ਤੇ ਕਦੇ ਇਸਨੇ ਬਾਹਰੋਂ ਜਿਲਦ ਤੱਕ ਨਹੀਂ ਦੇਖੀ ਹੋਣੀ, ਪੜ੍ਹਨਾ ਤੇ ਦੂਰ ਦੀ ਗੱਲ ਹੈ। ਗੁਰਮੁਖੋ ਇੱਕ ਦੋ ਸਲੋਕ ਹੋਰ ਪੜ੍ਹੇ ਤੇ ਛੱਜੂ ਜੀਆਂ ਨੇ ਬੜੇ ਪਿਆਰ ਦੇ ਨਾਲ ਅਰਥ ਕੀਤੇ। ਪੰਡਤ ਇੰਨਾ ਘਬਰਾ ਗਿਆ, ਇੰਨਾ ਹੈਰਾਨ ਹੋ ਗਿਆ ਵੀ ਹੁਣ ਉਸ ਨੂੰ ਸਾਹਮਣੇ ਲਿਖੇ ਹੋਏ ਅੱਖਰ ਵੀ ਦਿਸਦੇ ਨਹੀਂ। ਪੜ੍ਹਨਾ ਚਾਹੁੰਦਾ ਪਰ ਸਲੋਕ ਅੱਗੋਂ ਲੱਭਦਾ ਨਹੀਂ ਵੀ ਪੜ੍ਹਾਂ ਕਿਹੜਾ। ਤੇ ਭਾਈ ਛੱਜੂ ਝਿਓਰ ਦੀ ਜਿਹੜੇ ਨੇ ਨਾ ਗੁਰਮੁਖੋ, ਉਹ ਆਪਣੇ ਆਪ ਹੀ ਜ਼ੁਬਾਨੀ ਸਲੋਕਾਂ ਨੂੰ ਫੜਨ ਲੱਗ ਪਏ। ਸਲੋਕ ਪੜ੍ਹਦੇ ਪਏ ਜ਼ੁਬਾਨੀ, ਵੇਖਣ ਤੋਂ ਬਿਨਾਂ, ਨੇਤਰਬੱਧ ਕੀਤੇ ਹੋਏ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਐਸੀ ਵਡਿਆਈ, ਐਸੀ ਮਹਿਮਾ, ਅੱਖਾਂ ਬੰਦ ਕੀਤੀਆਂ ਬਿਨਾਂ ਵੇਖਣ ਤੋਂ ਗ੍ਰੰਥ ਦੇ ਵੱਲ, ਨਾਲੇ ਸਲੋਕ ਪੜ੍ਹਦੇ ਨਾਲੇ ਅਰਥ ਕਰਦੇ ਪਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਇੱਥੇ ਤੇ ਦਰਸ਼ਨ ਕਰਕੇ ਦੁੱਖ ਚਲੇ ਜਾਂਦੇ, ਪਰ ਐਸੇ ਗੁਰੂ ਨੇ ਤੇ ਸਿਰ ਤੇ ਹੱਥ ਹੀ ਰੱਖ ਦਿੱਤਾ, ਫਿਰ ਕਿਵੇਂ ਨਹੀਂ ਦੁੱਖ ਦੂਰ ਹੋਣਗੇ। ਐਸੀ ਕਿਰਪਾ ਕੀਤੀ, ਉਹਦੇ ਕੋਲੋਂ ਅਰਥ ਕਰਵਾ ਕੇ ਵੱਡਾ ਵਿਦਵਾਨ ਪੰਡਤ ਵੀ ਹੈਰਾਨ ਹੋ ਗਿਆ, ਹੱਥ ਖੜੇ ਕਰ ਗਿਆ ਵੀ ਐਸੇ ਅਰਥ ਤੇ ਮੈਂ ਵੀ ਨਹੀਂ ਕਦੇ ਪੜ੍ਹੇ। ਮਹਾਰਾਜ ਕਹਿਣ ਲੱਗੇ ਹਰ ਕਿਰਪਾ ਧਾਰ ਦੀਜੈ ਮਤ ਊਤਮ ਕਰ ਲੀਜੈ ਮੁਗਧ ਇਆਨਾ। ਮਹਾਰਾਜ ਮੈਂ ਮੁਗਧ ਮੂਰਖ, ਮੈਂ ਇਆਨਾ ਬੇਸਮਝ। ਕਿਹਦੇ ਵਰਗਾ? ਛੱਜੂ ਝਿਊਰ ਵਰਗਾ, ਬਿਲਕੁਲ ਮੈਂ ਉਸੇ ਤਰ੍ਹਾਂ ਦਾ ਹੀ ਹਾਂ। ਪਰ ਹਰ ਕਿਰਪਾ ਧਾਰ ਦੀਜੈ, ਮੇਰੇ 'ਤੇ ਕਿਰਪਾ ਕਰ ਦਿਓ। ਜਿਵੇਂ ਛੱਜੂ ਝਿਊਰ 'ਤੇ ਕੀਤੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਕਿਰਪਾ ਮੇਰੇ 'ਤੇ ਕਰੋ। ਕਰ ਲੀਜੈ ਮੁਗਧ ਸਿਆਣਾ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲਓ ਮਹਾਰਾਜ। ਮੇਰੀਆਂ ਸਿਆਣਪਾਂ ਨਹੀਂ ਕਿਤੇ ਕੰਮ ਆਉਣ ਵਾਲੀਆਂ, ਪਰ ਜਿਹੜੀ ਸਿਆਣਪ ਤੁਸੀਂ ਬਖਸ਼ਿਸ਼ ਕਰੋਗੇ ਉਹ ਲੋਕ ਪਰਲੋਕ ਸਵਾਰ ਦੇਵੇਗੀ। ਮੇਰੇ 'ਤੇ ਕਿਰਪਾ ਕਰੋ। ਮੈਂ ਛੱਜੂ ਝਿਊਰ ਵਰਗਾ ਬਿਲਕੁਲ ਮੂਰਖ ਹਾਂ, ਮੈਨੂੰ ਨਹੀਂ ਪਤਾ ਦੁਨੀਆਦਾਰੀ ਦਾ ਕਿਵੇਂ ਪੀਣਾ, ਕਿਵੇਂ ਖਾਣਾ, ਕਿਵੇਂ ਬੋਲਣਾ ਹੈ। ਜਿਵੇਂ ਉਸ ਗਰੀਬ ਦੇ ਉੱਪਰ ਕਿਰਪਾ ਕਰਕੇ ਉਸ ਨੂੰ ਅਮਰ ਕਰ ਦਿੱਤਾ ਇਤਿਹਾਸ ਦੇ ਵਿੱਚ, ਮਹਾਰਾਜ ਬਿਲਕੁਲ ਇਸੇ ਤਰ੍ਹਾਂ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਵੀ ਬਖਸ਼ ਲਓ। ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ। ਮੇਰਾ ਮਨ ਆਲਸੀਆ ਉਗਲਾਨਾ। ਸਤਿਗੁਰੂ ਬਖਸ਼ਿਸ਼ ਕਰਦੇ। ਮੇਰਾ ਜਿਹੜਾ ਮਨ ਹੈ ਨਾ ਆਲਸੀ ਲੋਕਾਂ ਦੇ ਵਾਂਗ, ਆਲਸੀ ਹੁੰਦਾ ਨਾ ਦਲਿਦਰੀ, ਦਲਿਦਰੀ ਬੰਦੇ ਨੂੰ ਕੋਈ ਕੰਮ ਆਖੀਏ ਉਹ ਕੋਈ ਨਹੀਂ ਕਰ ਲੈਂਦੇ ਆ। ਜੇ ਉਹਨੂੰ ਆਖੀਏ ਵੀ ਆਹ ਗੱਲ ਕਰਨੀ, ਕੋਈ ਨਹੀਂ ਕਰ ਲਵਾਂਗੇ। ਉਹ ਆਲਸੀ ਬੰਦੇ ਨੂੰ ਮਤਲਬ ਇਹ ਹੁੰਦਾ ਵੀ ਮੰਜਾ ਮਿਲੇ ਤੇ ਮੈਂ ਲੰਮੇ ਪੈ ਜਾਵਾਂ, ਕਿਤੇ ਸੌਣ ਵਾਲੀ ਜਗ੍ਹਾ ਮਿਲੇ, ਬੈਠਣ ਵਾਲੀ ਜਗ੍ਹਾ ਮਿਲੇ, ਮੈਂ ਬੈਠ ਜਾਵਾਂ, ਕੰਮ ਕੋਈ ਨਹੀਂ ਫਿਰ ਕਰ ਲਵਾਂਗੇ। ਉਹਨਾਂ ਨੂੰ ਕਿਹਾ ਜਾਂਦਾ ਆਲਸੀ, ਦਲਿਦਰੀ ਲੋਕ। ਕੰਮ ਕਰਨ ਦੇ ਸਮੇਂ ਕੰਮ ਨਹੀਂ ਕਰਨਾ, ਜਦੋਂ ਸਮਾਂ ਲੰਘ ਗਿਆ ਫਿਰ ਵੇਖਣਾ। ਮਹਾਰਾਜ ਮੇਰਾ ਮਨ ਆਲਸੀ ਆ, ਮੇਰਾ ਮਨ ਵੀ ਉਹਨਾਂ ਆਲਸੀਆਂ ਵਰਗਾ ਆਲਸੀ ਹੈ। ਜੇ ਆਖੀਏ ਨਾ ਬਾਣੀ ਪੜ੍ਹਨੀ ਹੈ ਤਾਂ ਮਨ ਕਹਿੰਦਾ ਰਹਿਣ ਦੇ, ਨੀਂਦ ਆਉਂਦੀ ਪਈ ਹੈ। ਜੇ ਆਖੀਏ ਨਾ ਸਿਮਰਨ ਕਰਨਾ ਤੇ ਮਨ ਆਵਾਜ਼ ਦਿੰਦਾ ਵੀ ਰਹਿਣ ਦੇ, ਸਿਮਰਨ ਕੱਲ੍ਹ ਨੂੰ ਕਰਾਂਗੇ, ਅੱਜ ਆਰਾਮ ਕਰ ਲਈਏ। ਜਿਵੇਂ ਆਲਸੀ ਬੰਦੇ ਨੂੰ ਕੋਈ ਕੰਮ ਦੱਸੀਏ ਤੇ ਉਹ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ, ਉਹ ਕਹਿੰਦਾ ਇਹ ਕੰਮ ਮੈਂ ਕੱਲ੍ਹ ਨੂੰ ਕਰਾਂਗਾ, ਅੱਜ ਮੈਂ ਕੀ ਕਰਨਾ, ਅੱਜ ਮੈਂ ਆਰਾਮ ਕਰਾਂਗਾ। ਇਸੇ ਤਰ੍ਹਾਂ ਮਹਾਰਾਜ ਮੇਰਾ ਜਿਹੜਾ ਮਨ ਹੈ ਇਹ ਵੀ ਸੁੱਤਾ ਹੋਇਆ ਆਲਸ ਦੇ ਵਿੱਚ, ਤੇ ਉਗਲਾਨਾਂ ਤੋਂ ਭਾਂਗ ਊਂਘਦਾ ਪਿਆ ਹੈ। ਇਹ ਮਨ ਊਂਘਦਾ ਪਿਆ ਹੈ ਪਦਾਰਥਾਂ ਦੇ ਵੱਲ, ਹਾਏ ਐ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ। ਹਰੇਕ ਸਵਾਹ ਦੇ ਨਾਲ ਮਾਇਆ ਇੱਧਰੋਂ ਆ ਜਾਵੇ, ਧਨ ਇੱਧਰੋਂ ਆ ਜਾਵੇ, ਆਹ ਕੰਮ ਮੇਰਾ ਬੈਠਿਆ ਹੀ ਬਣ ਜਾਵੇ, ਮੈਨੂੰ ਕਰਨਾ ਕੁਝ ਨਾ ਪਵੇ। ਕਹਿਣ ਲੱਗੇ ਮਨ ਦੀ ਹਾਲਤ ਐਸੀ ਬਣ ਗਈ ਹੈ, ਇੰਨਾ ਆਲਸੀ ਹੋ ਗਿਆ, ਆਲਸ ਵਿੱਚ ਹੀ ਉਗਲਾਂਦਾ ਪਿਆ ਹੈ, ਊਂਘਦਾ ਪਿਆ ਹੈ,
ਪਰ ਪ੍ਰਾਪਤੀ ਕੋਈ ਨਹੀਂ ਕੀਤੀ ਹੈ। ਹਰ ਹਰਿਆਨ ਮਿਲਾਇਓ ਗੁਰ ਸਾਧੂ। ਜਿਸ ਵੇਲੇ ਹਰੀ ਹਰ ਪ੍ਰਮਾਤਮਾ ਨੇ ਕਿਰਪਾ ਕੀਤੀ, ਉਹਦੀ ਕਿਰਪਾ ਦੇ ਨਾਲ ਪੂਰਨ ਗੁਰੂ ਮਿਲ ਜਾਂਦਾ ਹੈ। ਪੂਰਾ ਗੁਰੂ ਮਿਲ ਜਾਵੇ ਤੇ ਫਿਰ ਪ੍ਰਾਪਤੀ ਹੁੰਦੀ ਹੈ। ਮਿਲ ਸਾਧੂ ਕਪਟ ਖੁਲਾਨਾ। ਜਿਸ ਵੇਲੇ ਗੁਰਮੁਖੋ ਪੂਰੇ ਗੁਰੂ ਦੇ ਨਾਲ ਮਿਲੇ ਨਾ, ਉਸ ਵੇਲੇ ਇਹ ਜਿਹੜੇ ਭਰਮ ਦੇ ਪੜਦੇ ਸਤਿਗੁਰ ਖੋਲੇ, ਇਹ ਜਿਹੜੇ ਕਪਟ ਵੱਲ ਸ਼ਬਦ ਰੂਪੀ ਪੜਦੇ ਪਏ ਸਾਰੇ ਖੁੱਲ ਜਾਣਗੇ। ਇਹ ਰਹਿਣਗੇ ਕੋਈ ਨਹੀਂ। ਗੁਰੂ ਐਸੀ ਕਿਰਪਾ ਕਰੇਗਾ ਉਹਨਾਂ ਗੁਰਮੁਖਾਂ ਦੇ ਉੱਪਰ। ਸੋ ਪਰ ਇਹ ਗੁਰਮੁਖ ਉਹ ਹੋਣਗੇ ਜਿਹੜੇ ਰਸਤੇ ਦੇ ਉੱਪਰ ਚੱਲੇ ਨੇ, ਜਿਹੜੇ ਹੁਕਮ ਨੂੰ ਮੰਨਦੇ ਪਏ। ਹੁਕਮ ਨੂੰ ਨਹੀਂ ਮੰਨਦੇ ਉਹ ਮੰਜ਼ਿਲ 'ਤੇ ਨਹੀਂ ਪਹੁੰਚਦੇ। ਸਤਿਗੁਰਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਇੱਕ ਤੇਲੀ ਬੰਦੇ ਨੇ ਨਾ ਬਲਦ ਜੋੜਿਆ ਕੋਹਲੂ ਦੇ ਉੱਪਰ, ਤੇ ਬਲਦ ਦੀਆਂ ਅੱਖਾਂ ਦੇ ਉੱਪਰ ਲਾ ਦਿੱਤੇ ਖੋਪੇ, ਬਲਦ ਨੂੰ ਦਿਸੇ ਨਾ। ਬਲਦ ਵਿਚਾਰਾ ਕੋਹਲੂ ਦੇ ਚਾਸ਼ ਫਿਰੇ ਤੁਰਿਆ ਆਉਂਦਾ। ਬਲਦ ਮਨ ਵਿੱਚ ਇਹ ਸੋਚਦਾ ਵੀ ਮੈਂ ਤੇ ਸ਼ਹਿਰ ਤੋਂ ਬੜੀ ਦੂਰ ਆ ਗਿਆ, ਮੈਂ ਤੇ ਸਵੇਰ ਦਾ ਤੁਰਿਆ ਹਾਂ, ਤੁਰਦਿਆਂ ਸ਼ਹਿਰ ਤੋਂ ਬੜਾ ਦੂਰ ਪਹੁੰਚ ਗਿਆ। ਇਹ ਬਲਦ ਸੋਚਦਾ ਪਿਆ। ਨੈਣ ਉਗਰਤ ਵਾਹੀ ਠਾਓ ਹੀ ਟਿਕਾਨੋ ਹੈ। ਤੇ ਜਦੋਂ ਤੇਲੀ ਦਾ ਕੰਮ ਪੂਰਾ ਹੋ ਗਿਆ ਨਾ, ਤਾਂ ਉਹਨੇ ਬਲਦ ਨੂੰ ਖੜਾ ਕੀਤਾ ਵੀ ਰੁਕ ਜਾ। ਬਲਦ ਨੂੰ ਖੜਾ ਕਰਕੇ ਫਿਰ ਉਹਨੇ ਅੱਖਾਂ ਤੋਂ ਖੋਪੇ ਲਾਏ, ਤੇ ਬਲਦ ਕੀ ਵੇਖਦਾ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਵੇਰੇ ਸੀ। ਚੱਕਰ ਤੇ ਬੜੇ ਕੱਢੇ, ਪਰ ਚੱਕਰ ਮੈਨੂੰ ਦੂਰ ਨਹੀਂ ਲੈ ਕੇ ਗਏ। ਚੱਕਰਾਂ ਨੇ ਉੱਥੇ ਗੇੜਾ ਦਿੱਤਾ, ਮੈਂ ਇੱਥੇ ਹੀ ਘੁੰਮਦਾ ਰਿਹਾ, ਮੈਂ ਤਾਂ ਕਿਤੇ ਪਹੁੰਚਿਆ ਹੀ ਨਹੀਂ। ਸੋਚਦਾ ਪਿਆ ਸੀ ਵੀ ਬੜੀ ਦੂਰ ਆ ਗਿਆ, ਪਰ ਜਿਸ ਵੇਲੇ ਅੱਖਾਂ ਖੁੱਲੀਆਂ ਤੇ ਪਤਾ ਲੱਗਾ ਨਹੀਂ ਦੂਰ ਕੋਈ ਨਹੀਂ ਆਇਆ, ਮੈਂ ਤਾਂ ਉੱਥੇ ਹੀ ਗੇੜੇ ਕੱਢਦਾ ਰਿਹਾ। ਇਹ ਇੱਕ ਉਦਾਹਰਨ ਹੈ। ਦੂਜਾ ਬਚਨ ਕਰਦੇ ਕਹਿਣ ਲੱਗੇ ਜੈਸੇ ਜੇਵਰੀ ਬਟਤ ਅੰਦਰੋਂ ਅਚਿੰਤ ਚਿੰਤ। ਇੱਕ ਅੰਨਾ ਬੰਦਾ ਨਾ ਰੱਸੀ ਵੱਟਦਾ ਪਿਆ, ਮੁੰਜ ਦੀ ਸਣ ਦੀ ਰੱਸੀ, ਤੇ ਕਹਿਣ ਲੱਗੇ ਰੱਸੀ ਵੱਟ ਕੇ ਛੱਡੀ ਜਾਂਦਾ, ਤੇ ਅੰਨੇ ਦੇ ਮਨ ਵਿੱਚ ਇਹ ਆ ਵੀ ਰੱਸੀ ਤੇ ਬੜੀ ਲੰਬੀ ਹੋ ਗਈ ਹੋਵੇਗੀ। ਜਿਹਨੂੰ ਆਪਾਂ ਜੰਤਰ ਕਹਿ ਦਿੰਦੇ ਨਾ, ਝਿੱਜਣ ਕਹਿ ਦਿੰਦੇ, ਜੰਤਰ ਕਹਿ ਦਿੰਦੇ, ਉਹਦੀ ਸਣ ਉੱਤੋਂ ਲਾ ਕੇ ਤੇ ਰੱਸੀ ਵੱਟਦੇ। ਅੰਨਾ ਬੰਦਾ ਵੱਟਦਾ ਪਿਆ ਰੱਸੀ, ਵੱਟਦਿਆਂ ਅੰਨੇ ਬੰਦੇ ਦੇ ਮਨ ਵਿੱਚ ਆ ਗਿਆ ਵੀ ਇਹ ਰੱਸੀ ਬੜੀ ਲੰਬੀ ਹੋ ਗਈ ਹੋਵੇਗੀ, ਮੈਂ ਤਾਂ ਸਵੇਰ ਦਾ ਲੱਗਾ ਵੱਟਣ ਵਾਸਤੇ। ਪਰ ਕਹਿਣ ਲੱਗੇ ਖਾਤ ਜਾਤ ਬਛਰੋ ਟਟੋਰਾ ਪਛਤਾਨੋ ਹੈ। ਉਹ ਜਿੰਨੀ ਰੱਸੀ ਪਿੱਛੇ ਨੂੰ ਬਣਾ ਕੇ ਸੁੱਟਦਾ ਸੀ, ਪਿਛਲੇ ਬੰਨੇ ਵੱਛਾ ਖਲੋਤਾ ਸੀਗਾ। ਉਹ ਰੱਸੀ ਜਿਹੜੀ ਵੱਛੇ ਨੇ ਮੂੰਹ ਵਿੱਚ ਪਾ ਲਈ, ਇਹ ਜਿੰਨੀ ਕੁ ਵੱਟਦਾ ਉਨੀ ਕੁ ਵੱਛਾ ਖਾ ਜਾਂਦਾ, ਜਿੰਨੀ ਕੁ ਵੱਟਦਾ ਉਨੀ ਕੁ ਖਾ ਜਾਂਦਾ। ਉਹ ਸਣ ਹਰੀ ਹੈ ਨਾ, ਹਰੀ ਜਿਹੜੀ ਚੀਜ਼ ਹੈ, ਹਰੇ ਪੱਠੇ, ਹਰੀ ਵਸਤੂ, ਉਹ ਪਸ਼ੂ ਨੂੰ ਚੰਗੀ ਲੱਗਦੀ ਹੈ, ਪਸ਼ੂ ਖਾਈ ਜਾਂਦਾ। ਅੰਨੇ ਨੂੰ ਇਹ ਤੇ ਦਿਸਦਾ ਨਹੀਂ ਵੀ ਮੇਰੀ ਰੱਸੀ ਨੂੰ ਕੋਈ ਖਾਂਦਾ ਪਿਆ। ਅੰਨੇ ਨੂੰ ਤੇ ਇਹ ਵੀ ਮੈਂ ਰੱਸੀ ਵੱਟਦਾ ਪਿਆ ਤੇ ਬੜੀ ਲੰਬੀ ਬਣ ਗਈ ਹੈ। ਜਦੋਂ ਰੱਸੀ ਬਣਾਉਂਦਿਆਂ ਉਹਨੇ ਪਿੱਛੇ ਨੂੰ ਟੋਹ ਕੇ ਵੇਖਿਆ ਨਾ ਹੱਥਾਂ ਦੇ ਨਾਲ ਵੀ ਵੇਖਾਂ ਕਿੰਨੀ ਕੁ ਲੰਬੀ ਹੋ ਗਈ ਹੈ। ਤੇ ਜਦੋਂ ਗੱਜ ਕੁ ਪਿੱਛੇ ਨੂੰ ਗਿਆ ਤੇ ਕੀ ਵੇਖਦਾ, ਰੱਸੀ ਮੁੱਕੀ ਗਈ ਹੈ। ਕੀ ਹੋਇਆ ਪਿਆ ਇਹਨੂੰ, ਤੇ ਵੱਛੇ ਨੇ ਖਾ ਲਿਆ। ਹੁਣ ਪਛਤਾਉਂਦਾ ਪਿਆ, ਮੈਂ ਤੇ ਸਵੇਰ ਦਾ ਲੱਗਾ ਸੀ ਰੱਸੀ ਬਣਾਉਣ ਵਾਸਤੇ, ਤੇ ਰੱਸੀ ਤੇ ਬਣੀ ਜਿੰਨੀ ਉਹ ਸਾਰੀ ਵੱਛਾ ਖਾ ਗਿਆ, ਮੈਨੂੰ ਤੇ ਪਤਾ ਨਹੀਂ ਲੱਗਾ। ਪਰ ਹੁਣ ਪਛਤਾਵਾ ਹੀ ਹੈ ਕੋਲ, ਵੱਛੇ ਦੇ ਪੇਟ ਵਿੱਚੋਂ ਹੁਣ ਰੱਸੀ ਨਿਕਲੇਗੀ ਨਹੀਂ, ਹੁਣ ਤੇ ਪਛਤਾਵਾ ਰਹਿ ਗਿਆ ਕੋਲ। ਇਹ ਦੂਜੀ ਉਦਾਹਰਨ ਹੈ। ਇੱਕ ਬਚਨ ਹੋਰ ਕਰਦੇ ਕਹਿਣ ਲੱਗੇ ਜੈਸੇ ਮ੍ਰਿਗ ਤ੍ਰਿਸ਼ਨਾ ਲਓ ਧਾਵੈ ਮ੍ਰਿਗ ਤ੍ਰਿਖਾਵੰਤ। ਹਿਰਨ ਨੂੰ ਪਿਆਸ ਲੱਗ ਜਾਂਦੀ ਹੈ ਨਾ ਜੂਨ ਜੁਲਾਈ ਦੇ ਦਿਨਾਂ ਵਿੱਚ, ਤੇ ਜੂਨ ਜੁਲਾਈ ਦੇ ਵਿੱਚ ਧੁੱਪ ਇੰਨੀ ਤੇਜ਼ ਹੁੰਦੀ ਹੈ ਵੀ ਧੁੱਪ ਜਦੋਂ ਰੇਤਾ ਦੇ ਉੱਪਰ ਪੈਂਦੀ ਹੈ, ਰੇਤਾ ਚਮਕਦੀ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਪਾਣੀ ਦਾ ਸਰੋਵਰ ਭਰਿਆ। ਜਾਂ ਆਪਾਂ ਕਿਤੇ ਸੜਕ 'ਤੇ ਸਫ਼ਰ ਕਰੀਏ ਨਾ ਗਰਮੀ ਦੇ ਦਿਨਾਂ ਵਿੱਚ ਦੁਪਹਿਰੇ, ਤੇ ਦੂਰ ਵੇਖੀਏ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਸੜਕ ਦੇ ਉੱਪਰ ਦੀ ਪਾਣੀ ਲੰਘਦਾ ਪਿਆ। ਉਹ ਪਾਣੀ ਨਹੀਂ, ਉਹ ਧੁੱਪ ਹੀ ਹੈ, ਉਹ ਗਰਮੀ ਹੈ। ਕਹਿਣ ਲੱਗੇ ਹਿਰਨ ਵਿਚਾਰਾ ਵੇਖਦਾ ਗਰਮੀ ਦੇ ਵਿੱਚ ਦੂਰ ਧੁੱਪ ਲਿਸ਼ਕਦੀ ਪਈ ਹੈ, ਰੇਤਾ ਚਮਕਦਾ। ਹਿਰਨ ਦੇ ਮਨ ਵਿੱਚ ਆ ਗਿਆ ਵੀ ਇਹ ਤੇ ਪਾਣੀ ਦਾ ਤਲਾਬ ਭਰਿਆ ਹੋਇਆ, ਕਿਉਂ ਨਾ ਵੀ ਮੈਂ ਭੱਜ ਕੇ ਜਾਵਾਂ, ਨਾਲੇ ਪਾਣੀ ਪੀ ਕੇ ਆਵਾਂ, ਨਾਲ ਨਹਾ ਕੇ ਆਵਾਂ। ਉਹਨੂੰ ਲੱਗ ਗਿਆ ਭੁਲੇਖਾ, ਤੇ ਕਹਿਣ ਲੱਗੇ ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹੈਰਾਨੋ ਹੈ।
ਵਿਚਾਰਾ ਪਹਿਲਾਂ ਹੀ ਥੱਕਿਆ ਹੋਇਆ, ਪਾਣੀ ਨੂੰ ਵੇਖ ਕੇ ਭੱਜ ਕੇ ਪਹੁੰਚਾ ਜ਼ਰੂਰ ਹੈ, ਨਾ ਪਾਣੀ ਉੱਥੇ ਮਿਲਿਆ ਨਾ ਸ਼ਾਂਤੀ ਆਈ ਹੈ, ਵਿਚਾਰਾ ਸਗੋਂ ਹੋਰ ਤੜਫਦਾ ਪਿਆ। ਇਹ ਭੁਲੇਖਾ ਪੈਣ ਦੀ ਗੱਲ ਹੈ। ਤੈਸੇ ਸੁਪਨੰਤਰ ਦਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਾਹਾਂ ਜਹਾਂ ਮੋਹੇ ਜਾਨੋ ਹੈ। ਸੁਪਨੇ ਦੇ ਵਿੱਚ ਨਾ ਬੰਦਾ ਸੁੱਤਾ ਰਾਤ ਨੂੰ, ਤੇ ਸੁਪਨੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਮੇਰੀ ਉਮਰਾਂ ਬੜੀ ਲੰਬੀ ਹੈ। ਸੁਪਨੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਮੈਂ ਉਸ ਉਮਰਾਂ ਦੇ ਵਿੱਚ ਬੜੇ ਦੇਸ਼ ਘੁੰਮ ਆਇਆ, ਬੜੀ ਯਾਤਰਾ ਕਰ ਆਇਆ। ਹੁਣ ਸੁਪਨਾ ਹੈ ਨਾ, ਜਿਹੋ ਜਿਹਾ ਮਰਜ਼ੀ ਆ ਜਾਵੇ। ਸੁਪਨੇ ਵਿੱਚ ਉਮਰਾਂ ਵੀ ਲੰਬੀ ਲੱਗਦੀ ਹੈ, ਸੁਪਨੇ ਦੇ ਵਿੱਚ ਲੱਗਦਾ ਵੀ ਮੈਂ ਦੇਸ਼ ਵਿਦੇਸ਼ ਘੁੰਮ ਆਇਆ, ਮੈਂ ਤਾਂ ਬੜੀ ਲੰਬੀ ਸੈਰ ਕਰ ਆਇਆ। ਪਰ ਮਹਾਰਾਜ ਕਹਿਣ ਲੱਗੇ ਪਹੁੰਚ ਨਾ ਸਕਿਓ ਤਾਹਾਂ ਜਹ ਮੋਹੇ ਜਾਨੋ ਹੈ। ਸੁਪਨੇ ਵਿੱਚ ਇਹ ਤਾਂ ਲੱਗੇਗਾ ਵੀ ਅਮਰੀਕਾ ਚਲੇ ਗਿਆ, ਕੈਨੇਡਾ ਚਲੇ ਗਿਆ, ਦੇਸ਼ ਚਲੇ ਗਿਆ, ਵਿਦੇਸ਼ ਚਲੇ ਗਿਆ। ਸੁਪਨਾ ਤੇ ਆਉਂਦਾ ਪਿਆ, ਪਰ ਕੇਵਲ ਸੁਪਨੇ ਦੇ ਵਿੱਚ ਹੀ ਉੱਥੇ ਗਿਆ। ਜਦੋਂ ਸੁਪਨਾ ਖੁੱਲ੍ਹੇਗਾ ਨਾ, ਤੇਰੀ ਜਾਗ ਖੁੱਲ੍ਹੇਗੀ, ਤੂੰ ਆਪਣੇ ਘਰ ਦੇ ਮੰਜੇ 'ਤੇ ਹੀ ਪਿਆ ਹੋਇਆ, ਤੂੰ ਉੱਥੇ ਗਿਆ ਨਹੀਂ ਹੋਇਆ। ਪਰ ਜੇ ਕੋਈ ਬੰਦਾ ਆਖੇ ਮੈਨੂੰ ਸੁਪਨਾ ਹੀ ਬਾਹਰ ਦਾ ਆ ਜਾਵੇ ਤੇ ਮੈਂ ਸੁਪਨੇ ਦੇ ਨਾਲ ਹੀ ਬਾਹਰ ਚਲਾ ਜਾਵਾਂਗਾ, ਨਹੀਂ ਜਾਇਆ ਜਾਣਾ, ਕਿਉਂਕਿ ਸੁਪਨਾ ਕੇਵਲ ਤੈਨੂੰ ਵਿਖਾਉਂਦਾ ਪਿਆ, ਪਰ ਤੂੰ ਪਹੁੰਚਿਆ ਨਹੀਂ। ਇਹ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇਸੇ ਤਰ੍ਹਾਂ ਭਾਈ, ਜਿੱਥੇ ਆਪਾਂ ਪਹੁੰਚਣਾ ਚਾਹੁੰਦੇ ਸਨ ਮਨੁੱਖਾ ਜਨਮ ਦੇ ਵਿੱਚ ਨਾਮ ਜਪ ਕੇ, ਉੱਥੇ ਪਹੁੰਚ ਨਹੀਂ ਸਕੇ। ਤੇਲੀ ਦਾ ਬਲਦ ਵਿਚਾਰਾ ਸੋਚਦਾ ਪਿਆ ਵੀ ਮੈਂ ਦੂਰ ਆ ਗਿਆ, ਪਰ ਉੱਥੇ ਹੀ ਚੱਕਰ ਕੱਢਦਾ ਪਿਆ। ਅੱਖਾਂ ਖੋਲ੍ਹੀਆਂ, ਖੋਪੇ ਲਾਏ ਅੱਖਾਂ ਤੋਂ, ਤੇ ਵਿਚਾਰਾ ਉੱਥੇ ਜਿੱਥੇ ਸਵੇਰੇ ਕੋਲੂ ਕੋਲ ਖਲੋਤਾ ਸੀ, ਉੱਥੇ ਹੀ ਹੁਣ ਖਲੋਤਾ। ਇਸੇ ਤਰ੍ਹਾਂ ਦੂਜੀ ਉਦਾਹਰਨ ਦਿੱਤੀ। ਕਹਿਣ ਲੱਗੇ ਵੀ ਜਿਵੇਂ ਇੱਕ ਅੰਨ੍ਹਾ ਬੰਦਾ ਰੱਸੀ ਵੱਟਦਾ, ਉਹਦੇ ਮਨ ਵਿੱਚ ਇਹ ਹੋ ਗਿਆ ਵੀ ਰੱਸੀ ਬੜੀ ਲੰਬੀ ਹੈ, ਪਰ ਜਿੰਨੀ ਵੱਟੀ ਉਹ ਸਾਰੀ ਖਾਧੀ ਗਈ, ਕੁਝ ਨਹੀਂ ਕੋਲ ਉਹਦੇ ਬਚਿਆ। ਤੇ ਤੀਜੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਹਿਰਨ ਵਿਚਾਰਾ ਭੱਜਦਾ ਤੇ ਜ਼ਰੂਰ ਹੈ ਕਿ ਉਹ ਸਭ ਨੇ ਪਾਣੀ ਚਮਕਦਾ ਪਿਆ, ਪਰ ਜਦੋਂ ਭੱਜ ਕੇ ਪਹੁੰਚਦਾ ਤਾਂ ਪਾਣੀ ਨਹੀਂ ਮਿਲਦਾ, ਕੇਵਲ ਰੇਤਾ ਹੀ ਚਮਕਦੀ ਪਈ ਹੈ। ਚੌਥੀ ਉਦਾਹਰਨ ਦਿੱਤੀ ਹੈ। ਬੰਦੇ ਨੂੰ ਸੁਪਨੇ ਵਿੱਚ ਇਹ ਦਿਸਦਾ ਵੀ ਮੈਂ ਦੇਸ਼ ਵਿਦੇਸ਼ ਕੈਨੇਡਾ ਅਮਰੀਕਾ ਪਹੁੰਚ ਗਿਆ, ਪਰ ਜਦੋਂ ਜਾਗ ਆਉਂਦੀ ਹੈ ਪਹੁੰਚਿਆ ਕਿਤੇ ਨਹੀਂ, ਉੱਥੇ ਹੀ ਬੈਠਾ ਹੋਇਆ। ਕਹਿਣ ਲੱਗੇ ਬੰਦਿਆ ਇਸੇ ਤਰ੍ਹਾਂ ਤੈਨੂੰ ਲੱਗਦਾ ਜ਼ਰੂਰ ਹੈ ਵੀ ਮੈਂ ਮਨੁੱਖਾ ਜਨਮ ਸਫਲਾ ਕਰ ਲਿਆ, ਮੈਂ ਬੜੀ ਬੰਦਗੀ ਕਰ ਲਈ ਹੈ, ਪਰ ਅਸਲ ਦੇ ਵਿੱਚ ਤੇਰੀਆਂ ਅੱਖਾਂ ਹੀ ਬੰਦ ਨੇ। ਜਦੋਂ ਖੋਲ੍ਹਣਗੀਆਂ ਨਾ ਗਿਆਨ ਦੇ ਨਾਲ, ਤੇ ਫਿਰ ਪਤਾ ਲੱਗਣਾ ਵੀ ਜਿੱਥੇ ਕੱਲ੍ਹ ਸੀ ਉੱਥੇ ਹੀ ਅੱਜ ਖਲੋਤਾ ਹੋਇਆ। ਹੁਣ ਗੁਰਮੁਖੋ ਆਪਾਂ ਵੇਖ ਲਈਏ, ਸਾਨੂੰ 50 ਸਾਲ ਹੋ ਗਏ ਮੱਥਾ ਟੇਕਣ ਵਾਸਤੇ ਆਉਂਦਿਆਂ, 20 ਸਾਲ ਹੋ ਗਿਆ ਕਥਾ ਸੁਣਦਿਆਂ, 30 ਸਾਲ ਹੋ ਗਿਆ ਕੀਰਤਨ ਸੁਣਦਿਆਂ, ਤੇ ਸਾਡੇ ਅੰਦਰ ਕੋਈ ਬਦਲਾਵ ਆ ਗਿਆ? ਕੋਈ ਥੋੜ੍ਹਾ ਬਹੁਤਾ ਅੰਦਰੋਂ ਬਦਲੇ ਹਾਂ ਅਸੀਂ ਵੀ ਸਾਡੇ ਵਿੱਚ ਆਹ ਕੋਈ ਗੁਣ ਆ ਗਿਆ? ਨਹੀਂ, ਜਿਵੇਂ ਦੇ 20-30 ਸਾਲ ਪਹਿਲਾਂ ਸੀ ਉਵੇਂ ਦੀ ਅੱਜ ਆ, ਕੋਈ ਬਦਲਾਅ ਨਹੀਂ ਆਇਆ। ਕੁਝ ਅਸੀਂ ਪ੍ਰਾਪਤੀ ਕਰ ਹੀ ਨਹੀਂ ਸਕੇ, ਕਿਉਂਕਿ ਗੁਣ ਕੋਈ ਧਾਰਨ ਕੀਤਾ ਹੀ ਨਹੀਂ। ਇੱਕ ਕੰਨ ਰਾਹੀਂ ਸੁਣਿਆ, ਦੂਜੇ ਕੰਨ ਰਾਹੀਂ ਕੱਢ ਦਿੱਤਾ, ਕੋਈ ਗੁਣ ਨਹੀਂ ਅਪਣਾਇਆ, ਕਿਸੇ ਗੁਣ ਦੀ ਸਿੱਖਿਆ 'ਤੇ ਚੱਲੇ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਹਰ ਹਰ ਆਨ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਇਹ ਬੇਨਤੀ ਕਰਿਆ ਕਰਕੇ ਮੈਨੂੰ ਗੁਰੂ ਮਿਲ ਜਾਵੇ, ਗੁਰੂ ਕਿਰਪਾ ਕਰੇਗਾ ਤੇ ਤੇਰੀ ਯਾਤਰਾ ਸਫਲੀ ਹੋ ਜਾਏਗੀ। ਸਫਲ 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 ਭਾਈ ਯਾਤਰਾ, ਇਹ ਗੁਰੂ ਕਿਰਪਾ ਕਰੇ ਤੇ ਤਾਂ ਯਾਤਰਾ ਸਫਲੀ ਹੁੰਦੀ ਹੈ, ਨਹੀਂ ਤੇ ਤੇਲੀ ਦੇ ਬਲਦ ਵਾਂਗੂ ਇਸੇ ਸੰਸਾਰ ਦੇ ਚੱਕਰ ਕੱਢਦੇ ਰਹਾਂਗੇ, ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਾਂਗੇ। ਸੰਸਾਰ ਤੋਂ ਬਾਹਰ ਨਿਕਲਣਾ ਤੇ ਫਿਰ ਗੁਰੂ ਵਾਲਾ ਬੰਨਾ ਕਰ ਰਹਾਓ। ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀਰਾ, ਮੇਰੇ ਪ੍ਰੀਤਮ ਨਾਮ ਪ੍ਰਾਨਾ। ਗੁਰੂ ਪਾਤਸ਼ਾਹ ਜੀ ਖਿਨ ਖਿਨ ਕਰਕੇ, ਗੁਰਮੁਖੋ ਖਿਨ ਖਿਨ ਸਮੇਂ ਦਾ ਨਾਮ ਹੈ, ਥੋੜ੍ਹੇ ਤੋਂ ਥੋੜ੍ਹਾ ਸਮਾਂ। ਅੱਜ ਆਪਾਂ ਕਹਿ ਲਈਏ ਮਿੰਟ, ਜਾਂ ਮਿੰਟ ਤੋਂ ਥੱਲੇ ਹੋਰ ਆ ਜਾਈਏ ਸਕਿੰਟ, ਸਕਿੰਟ ਤੋਂ ਵੀ ਥੱਲੇ ਸਮਾਂ, ਉੱਤੇ ਵੀ ਆ ਜਾਈਏ। ਗੁਰੂ ਕਿਰਪਾ ਕਰੇ ਮਹਾਰਾਜ ਇੱਕ ਇੱਕ ਸਕਿੰਟ ਦੀ ਪ੍ਰੀਤ ਮੇਰੇ ਮਨ ਵਿੱਚ ਲਾ ਦਿਓ। ਮੇਰੇ ਪ੍ਰੀਤਮ ਪ੍ਰਾਨ ਪ੍ਰਾਨਾ, ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਹੋ। ਇਹ ਨਾਮ ਦਾ ਆਸਰਾ ਦੇਣ ਵਾਲੇ ਸਤਿਗੁਰੂ ਮੇਰੇ ਅੰਦਰ ਐਸੀ ਪ੍ਰੀਤੀ ਲਾਉਣਾ ਕਰੋ। ਬਿਨਾਵੈ ਮਰ ਜਾਈਏ ਮੇਰੇ ਠਾਕੁਰ, ਜੋ ਅਮਲੀ ਅਮਲ ਲੁਭਾਨਾ। ਸਤਿਗੁਰੂ ਬਖਸ਼ਿਸ਼ ਕਰਦੇ, ਜਿਵੇਂ ਇੱਕ ਅਮਲੀ ਬੰਦਾ ਅਮਲ ਦੇ ਉੱਪਰ ਹੀ ਲੁਭਾਇਮਾਨ ਹੁੰਦਾ। ਅਮਲੀ ਬੰਦੇ ਨੂੰ ਕੇਵਲ ਨਸ਼ੇ ਤੱਕ ਹੀ ਉਹਦੀ ਸੋਚ ਹੈ ਵੀ ਨਸ਼ਾ ਮਿਲੇ ਤੇ ਮੈਂ ਥੋੜ੍ਹਾ ਠੀਕ ਹੋ ਜਾਵਾਂ। ਜਿਵੇਂ ਅਮਲੀ ਬੰਦਾ ਕੇਵਲ ਨਸ਼ੇ ਵਾਸਤੇ ਸੋਚਦਾ ਹੈ, ਅਮਲ ਦਾ ਹੀ ਲੁਭਾਇਮਾਨ ਹੁੰਦਾ ਅਮਲ ਦੇ ਉੱਪਰ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀਓ,
ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ, ਮੇਰਾ ਵੀ ਨਾਮ ਤੋਂ ਬਿਨਾਂ ਮਰਨਾ ਹੁੰਦਾ। ਅਮਲੀ ਨੂੰ ਸਮੇਂ ਸਿਰ ਅਮਲ ਨਾ ਮਿਲੇ, ਨਸ਼ਾ ਨਾ ਮਿਲੇ ਤਾਂ ਤੜਫਣ ਲੱਗ ਪੈਂਦਾ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਇਹ ਬਾਣੀ ਦਾ ਵਚਨ ਹੈ। ਮੱਛੀ ਨੂੰ ਪਾਣੀ ਵਿੱਚੋਂ ਕੱਢ ਦਿਓ ਤੇ ਮੱਛੀ ਤੜਫਣ ਲੱਗ ਪੈਂਦੀ ਹੈ। ਅਮਲੀ ਨੂੰ ਉਹਦੇ ਸਮੇਂ 'ਤੇ ਉਹਨੂੰ ਨਸ਼ਾ ਨਾ ਦਿਓ ਤੇ ਉਹ ਵੀ ਮੱਛੀ ਵਾਂਗ ਹੀ ਤੜਫਦਾ। ਹਰੇਕ ਦਾ ਤਰਲਾ ਕਰੇਗਾ, ਮਿਹਨਤ ਕਰੇਗਾ, ਲਿਆ ਦੇ ਦੇ ਕੋਈ ਥੋੜ੍ਹਾ ਬਹੁਤਾ ਖਾਣ। ਮੱਛੀ ਪਾਣੀ ਵਿੱਚੋਂ ਨਿਕਲ ਕੇ ਤੜਫਦੀ ਹੈ, ਅਮਲੀ ਬੰਦਾ ਸਮੇਂ 'ਤੇ ਨਸ਼ਾ ਨਹੀਂ ਮਿਲਿਆ ਤੇ ਉਹ ਵੀ ਤੜਫਦਾ ਹੈ। ਮਹਾਰਾਜ ਕਿਰਪਾ ਕਰੋ, ਮੇਰਾ ਸੁਭਾਅ ਜਿਹੜਾ ਹੈ ਨਾ ਅਮਲੀ ਵਰਗਾ ਹੀ ਬਣ ਗਿਆ ਅਤੇ ਮੈਂ ਤਾਂ ਤੜਫਦਾ ਪਿਆ, ਪਰ ਮੇਰੇ 'ਤੇ ਨਾਮ ਦੀ ਕਿਰਪਾ ਕਰੋ। ਮੈਂ ਨਾਮ ਤੋਂ ਬਿਨਾਂ ਮੇਰੀ ਤੜਫਣਾ ਹੁੰਦੀ ਹੈ। ਜਿਨ ਮਨ ਪ੍ਰੀਤ ਲੱਗੀ ਹਰ ਕੇਰੀ, ਤਿਨ ਧੁਰ ਭਾਗ ਪੁਰਾਣਾ। ਜਿਨ੍ਹਾਂ ਦੇ ਧੁਰ ਤੋਂ ਹੀ ਪੁਰਾਣੇ ਭਾਗ, ਪਿਛਲੇ ਜਨਮਾਂ ਦੇ ਚੰਗੇ ਭਾਗ ਮੱਥੇ 'ਤੇ ਲਿਖੇ ਨੇ, ਉਹਨਾਂ ਦੀ ਪ੍ਰੀਤੀ ਗੁਰੂ ਨਾਲ ਲੱਗਦੀ ਹੈ। ਤਿਨ ਹਮ ਚਰਨ ਸਰੇਵੇ ਖਿਨ ਖਿਨ, ਜਿਨ ਹਰ ਮੀਟ ਲਗਾਨਾ। ਜਿਨ੍ਹਾਂ ਨੂੰ ਹਰੀ ਪਰਮਾਤਮਾ ਮਿੱਠਾ ਚੰਗਾ ਪਿਆਰਾ ਲੱਗਾ ਹੈ, ਉਹਨਾਂ ਦੇ ਚਰਨਾਂ ਨੂੰ ਖਿਣ ਖਿਣ ਵਾਸਤੇ ਧੂਣਾ ਕਰੀਏ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਵਿਛਰਿਆ ਚਿਰੀ ਮਿਲਾਨਾ। ਜਿਨ੍ਹਾਂ ਦੇ ਹਰੀ ਹਰ ਪਰਮਾਤਮਾ ਨੇ ਕਿਰਪਾ ਕੀਤੀ ਹੈ, ਠਾਕੁਰ ਨੇ, ਉਹ ਜਿਹੜੇ ਜਨ ਗੁਰਮੁਖ ਨੇ ਲੰਮੇ ਸਮੇਂ ਤੋਂ ਵਿਛੜੇ ਹੋਏ ਫਿਰ ਪਰਮਾਤਮਾ ਨਾਲ ਮਿਲ ਜਾਂਦੇ ਹਨ। ਧੰਨ ਧੰਨ ਸਤਿਗੁਰ ਜਿਨ ਨਾਮ ਦੜਾਇਆ, ਜਾਂ ਨਾਨਕ ਤਿਸ ਕੁਰਬਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਤਿਗੁਰੂ ਧੰਨ ਨੇ ਭਾਈ ਜਿਨ੍ਹਾਂ ਨੇ ਨਾਮ ਦ੍ਰਿੜ ਕਰਵਾਇਆ ਹੈ, ਐਸੇ ਗੁਰੂ ਤੋਂ ਕੁਰਬਾਨ ਹੋਣਾ ਕਰੀਏ, ਸਦਕੇ ਜਾਣਾ ਕਰੀਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣਾ ਸੀ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਵਿਛਰਿਆ ਚਿਰੀ ਮਿਲਾਨਾ। ਤਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ, ਜਾਂ ਨਾਨਕ ਤਿਸ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 9 ਤਰੀਕ ਅੱਜ ਸ਼ਾਮ ਨੂੰ ਜਿਹੜੇ ਦੀਵਾਨ ਹਨ, ਪ੍ਰਭ ਮਿਲਨੇ ਕਾ ਚਾਓ ਜਿਹੜੀ ਸੰਸਥਾ ਹੈ ਮੋਗੇ ਸ਼ਹਿਰ ਵਿਖੇ ਬਣੀ ਹੋਈ ਹੈ, ਉਹਨਾਂ ਦੇ ਵੱਲੋਂ ਅੱਜ ਰਾਤ ਦੇ ਦੀਵਾਨ ਜਿਹੜੇ ਨੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ। ਸਮਾਂ ਸ਼ਾਮ ਨੂੰ 6 ਵਜੇ ਤੋਂ 8 ਵਜੇ ਦਾ ਹੈ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਪ੍ਰਭ ਮਿਲਨੇ ਕਾ ਚਾਓ ਜਿਹੜੀ ਸੰਸਥਾ ਬਣੀ ਹੈ, ਉਹਨਾਂ ਵੱਲੋਂ ਅੱਜ ਸ਼ਾਮ ਦੇ ਦੀਵਾਨ ਹੋਣਗੇ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ।